ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਰਹਾਓ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ,
ਅੱਜ ਦਾ ਇਹ ਪਾਵਨ ਮੁੱਖ ਵਾਕ ਜੋ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ, ਪਹਿਲੀ ਪੰਕਤੀ ਤੋਂ ਹਜ਼ੂਰ ਇਹ ਸਮਝਾਉਂਦੇ ਨੇ, ਪਰਮੇਸ਼ਰ ਦਿੱਤਾ ਬੰਨਾ। ਇਹਨੂੰ ਬੰਨਾ ਬਿੰਦਾ ਲਾ ਕੇ ਨਹੀਂ ਉਚਾਰਨ ਕਰਾਂਗੇ। ਬੰਨਾ ਦਾ ਅਰਥ ਹੈ ਬੰਨ ਮਾਰ ਦੇਣਾ, ਕਵਰ ਕਰ ਦੇਣਾ, ਰੋਕ ਲਾ ਦੇਣੀ। ਪਰਮੇਸ਼ਵਰ ਨੇ ਇੱਕ ਰੋਕ ਲਾ ਦਿੱਤੀ ਹੈ, ਪਰਮੇਸ਼ਵਰ ਨੇ ਇੱਕ ਬੰਨ ਮਾਰ ਦਿੱਤਾ ਹੈ ਜੀ। ਜਦੋਂ ਕਿਤੇ ਦਰਿਆ ਦਾ ਪਾਣੀ ਬਰਸਾਤਾਂ ਕਰਕੇ ਕਿਤੇ ਪਿੰਡਾਂ ਵੱਲ ਨੂੰ ਆ ਰਿਹਾ ਹੋਵੇ ਤੇ ਅੱਗੇ ਇੱਕ ਬੰਨ ਮਾਰਿਆ ਜਾਂਦਾ ਹੈ ਵੀ ਪਾਣੀ ਪਿੰਡਾਂ ਵਿੱਚ ਨਾ ਆਵੇ, ਪਾਣੀ ਨੂੰ ਰੋਕਿਆ ਜਾਂਦਾ ਹੈ ਬੰਨ ਮਾਰ ਕੇ। ਡੈਮ ਦੀ ਜਿਹੜੀ ਬਣਤਰ ਆ ਉਹ ਇੱਕ ਵੱਡਾ ਬੰਨ ਮਾਰ ਕੇ ਪਾਣੀ ਰੋਕਿਆ ਜਾਂਦਾ ਹੈ, ਉਹ ਪਾਣੀ ਡਿੱਗਦਾ ਤੇ ਬਿਜਲੀ ਤਿਆਰ ਕਰਦੇ ਆ। ਇੱਥੇ ਉਹੀ ਬੰਨ ਤੋਂ ਬੰਨਾ ਸ਼ਬਦ ਵਰਤਿਆ ਤੇ ਬੰਨਾ ਦਾ ਅਰਥ ਹੈ ਵੀ ਬੰਨ ਮਾਰ ਦਿੱਤਾ। ਗੁਰਦੇਵ ਜੀ ਨੇ ਉਹਨਾਂ ਵਿਕਾਰਾਂ ਦੇ ਅੱਗੇ ਬੰਨ ਮਾਰ ਦਿੱਤਾ ਹੈ। ਹੁਣ ਉਹ ਵਿਕਾਰ ਮੇਰੇ ਅੰਦਰ ਨਹੀਂ ਆਉਂਦੇ, ਮੇਰੇ ਅੰਦਰ ਦਾਖਲ ਨਹੀਂ ਹੁੰਦੇ, ਕਿਉਂਕਿ ਰੱਬ ਨੇ ਬੰਨ ਮਾਰ ਦਿੱਤਾ ਹੈ। ਪਰਮੇਸ਼ਰ ਦਿੱਤਾ ਬੰਨਾ, ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ ਜੀ। ਕੀ ਦਿੱਤਾ ਹੈ? ਬੰਨਾ। ਬੰਨਾ ਦਾ ਅਰਥ ਕੀ ਆ? ਬੰਨ, ਸਹਾਰਾ। ਮੈਨੂੰ ਉਹ ਸਹਾਰਾ ਦੇ ਦਿੱਤਾ, ਉਹ ਬੰਨ ਮਾਰ ਦਿੱਤਾ। ਤੇ ਹੁਣ ਇਸ ਬੰਨ ਦਾ ਕੀ ਫਾਇਦਾ ਹੈ ਜੀ? ਅਗਲੀ ਪੰਕਤੀ, ਦੁੱਖ ਰੋਗ ਕਾ ਡੇਰਾ ਭੰਨਾ। ਕਹਿੰਦੇ ਇਹ ਜਿਹੜਾ ਸਹਾਰਾ ਦਿੱਤਾ ਹੈ ਨਾ ਸਤਿਗੁਰੂ ਨੇ, ਦੁੱਖਾਂ ਦਾ, ਰੋਗਾਂ ਦਾ ਜਿਹੜਾ ਡੇਰਾ ਸੀ ਉਹ ਭੱਜ ਗਿਆ, ਟੁੱਟ ਗਿਆ, ਖਤਮ ਹੋ ਗਿਆ। ਰੱਬ ਦੀ ਬਖਸ਼ਿਸ਼ ਹੋਈ ਵੀ ਜਿਹੜੇ ਅੰਦਰ ਦੁੱਖ ਰੋਗ ਬੈਠੇ ਆ, ਇਹਨਾਂ ਦਾ ਡੇਰਾ ਹੀ ਖਤਮ ਹੋ ਗਿਆ। ਹੁਣ ਦੇਖੋ ਜੀ, ਜਿਹੜੇ ਦੁੱਖ ਨੇ ਸਾਧ ਸੰਗਤ, ਉਹ ਅੰਦਰ ਹੀ ਬੈਠੇ ਨੇ, ਬਸ ਅੰਦਰੋਂ ਹੀ ਐਕਟਿਵ ਹੋ ਜਾਂਦੇ ਆ, ਜਾਗ ਜਾਂਦੇ ਆ, ਦੁਖੀ ਕਰੀ ਜਾਂਦੇ ਆ। ਚਿੰਤਾ ਅੰਦਰ ਹੀ ਆ, ਅੰਦਰੋਂ ਹੀ ਉਹ ਐਕਟਿਵ ਹੋ ਜਾਂਦੀ ਹੈ, ਸਾਨੂੰ ਦੁਖੀ ਕਰੀ ਜਾਂਦੀ ਹੈ। ਰੋਗ ਅੰਦਰ ਹੀ ਆ, ਸਾਨੂੰ ਦੁਖੀ ਕਰੀ ਜਾਂਦੇ ਆ, ਰੋਗ ਚੰਬੜ ਜਾਂਦੇ ਆ। ਜਿਹੜਾ ਭਿਆਨਕ, ਸਭ ਤੋਂ ਭਿਆਨਕ ਰੋਗ ਨੇ ਕੈਂਸਰ, ਜਿਹੜਾ ਹੈ ਉਹ ਕਿਤੇ ਬਾਹਰੋਂ ਥੋੜਾ ਆਉਂਦਾ ਹੈ, ਉਹ ਅੰਦਰ ਹੀ ਹੈ। ਕੈਂਸਰ ਅੰਦਰ ਹੀ ਹੈ, ਔਰ ਉਹ ਕੈਂਸਰ ਸਾਡੇ ਆਪਣੇ ਸੈੱਲਾਂ ਤੋਂ ਹੀ ਹੈ। ਸਾਡੇ ਆਪਣੀ ਸੈੱਲ ਬਾਗੀ ਹੋ ਜਾਂਦੇ ਆ, ਹਲਕੇ ਹੋ ਜਾਂਦੇ ਆ ਤੇ ਆਪਣੀ ਸੈੱਲਾਂ ਨੂੰ ਖਾਈ ਜਾਂਦੇ ਆ, ਉਹ ਕੈਂਸਰ ਹੈ। ਕੈਂਸਰ ਅੰਦਰ ਹੀ ਹੈ, ਰੋਗ ਅੰਦਰ ਹੀ ਹੈ। ਇਹ ਤੇ ਵਾਹਿਗੁਰੂ ਨੇ ਪਰਦਾ ਪਾ ਕੇ ਢੱਕੇ ਹੋਏ ਨੇ, ਉਹਦੀ ਕਿਰਪਾ ਆ ਵੀ ਇਹਨੇ ਢੱਕੇ ਹੋਏ। ਨਹੀਂ ਤੇ ਜੇ ਉਹ ਰੱਬ ਆਪਣੀ ਕਿਰਪਾ ਬਖਸ਼ਿਸ਼ ਚੱਕ ਲੈਣ ਤੇ ਬੰਦਾ ਰੋਗੀ ਬਣ ਜਾਂਦਾ, ਦੁੱਖਾਂ ਰੋਗਾਂ ਦਾ ਘਰ ਬਣ ਜਾਂਦਾ, ਫਿਰ ਇਹਨੂੰ 36 ਰੋਗ ਲੱਗ ਜਾਂਦੇ। ਤੋ ਸਾਧ ਸੰਗਤ, ਉਹਦੀ ਕਿਰਪਾ ਹੋਵੇ ਤੇ ਦੁੱਖਾਂ ਦਾ ਤੇ ਰੋਗਾਂ ਦਾ ਡੇਰਾ ਹੀ ਖਤਮ ਹੋ ਜਾਂਦਾ, ਜੜ ਹੀ ਖਤਮ ਹੋ ਜਾਂਦੀ ਹੈ, ਮੋਢੀ ਖਤਮ ਹੋ ਜਾਂਦਾ, ਬੇਸ ਹੀ ਖਤਮ ਹੋ ਜਾਂਦਾ, ਵੀ ਫਿਰ ਰਹਿਣਾ ਹੀ ਕੋਈ ਨਹੀਂ। ਜੇ ਮੋਢੀ ਨਾ ਰਿਹਾ ਫਿਰ ਟਾਹਣੀਆਂ, ਪੱਤੇ, ਬਾਕੀ ਸਭ ਕੁਝ ਆਪੇ ਖਤਮ ਹੋ ਗਿਆ। ਜੇ ਉਹ ਰੱਬ ਚਾਹੇ ਤੇ ਸਾਨੂੰ ਤੰਦਰੁਸਤੀ ਦਿੰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜਦੋਂ ਤੁਹਾਨੂੰ ਸਵੇਰੇ ਜਾਗ ਆਵੇ ਨਾ ਸਾਧ ਸੰਗਤ, ਕਿਸੇ ਨੂੰ 3 ਵਜੇ ਆਉਂਦੀ, ਕਿਸੇ ਨੂੰ 4 ਵਜੇ, 5 ਵਜੇ ਆਉਂਦੀ, ਜਦੋਂ ਤੁਹਾਨੂੰ ਜਾਗ ਆ ਜੇ ਰੱਬ ਵੱਲੋਂ, ਕੁਦਰਤੀ ਜਾਗ ਆ ਜੇ, ਅਲਾਰਮ ਨਹੀਂ, ਬਾਹਰੋਂ ਕੋਈ ਆਵਾਜ਼ ਸੁਣੀ, ਸਪੀਕਰ ਦੀ ਆਵਾਜ਼ ਸੁਣੀ, ਨਹੀਂ, ਆਪਣੇ ਆਪ ਤੁਹਾਨੂੰ ਆਵਾਜ਼ ਆਏ, ਉਹ ਨੈਚੁਰਲ ਉੱਠਣਾ ਹੈ। ਤੇ ਜੇ ਤੁਸੀਂ ਸੋਚਦੇ ਹੋ ਵੀ ਮੈਂ ਇੰਨੇ ਵਜੇ ਇੰਨੇ ਘੰਟੇ ਸੌਣਾ ਤੇ ਇੰਨੇ ਵਜੇ ਉੱਠਣਾ ਹੈ, ਫਿਰ ਤੁਹਾਨੂੰ ਉਨੇ ਟਾਈਮ ਤੇ ਸੌਣਾ ਪਏਗਾ। ਜਿੰਨਾ ਪਹਿਲੋਂ ਸੌਵਾਂਗੇ ਉਹਨਾਂ ਸਵੇਰੇ ਜਲਦੀ ਉੱਠ ਸਕਾਂਗੇ। ਤੇ ਜਦੋਂ ਤੁਸੀਂ ਕਿਤੇ ਉੱਠੋ ਸਵੇਰੇ ਨੈਚੁਰਲੀ, ਤੇ ਫਿਰ ਕੇਸੀ ਇਸ਼ਨਾਨ ਕਰਿਓ। ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਦੇਖਿਓ
ਤੁਹਾਨੂੰ ਚੁਸਤੀ ਫੁਰਤੀ, ਤੁਹਾਨੂੰ ਖੁਸ਼ੀ ਦਾ ਅਹਿਸਾਸ ਜਿਹਾ ਹੋਏਗਾ, ਤੁਹਾਡਾ ਸਰੀਰ ਐਕਟਿਵ ਜਿਹਾ ਹੋਏਗਾ। ਉਹਦਾ ਕਾਰਨ ਕੀ ਹੈ? ਸਵੇਰੇ ਉੱਠੇ ਇਸ਼ਨਾਨ ਕੀਤਾ ਤੇ ਸਾਡੇ ਅੰਦਰ ਜਿਹੜਾ ਦਿਮਾਗ ਵਨ ਸਾਧ ਸੰਗਤ, ਇਹਦੇ ਵਿੱਚ ਖੁਸ਼ੀ ਦੇ, ਚੁਸਤੀ ਫੁਰਤੀ ਦੇ ਹਾਰਮੋਨ ਪੈਦਾ ਹੋਏ। ਉਹਨਾਂ ਨੇ ਸਾਨੂੰ ਚੰਗੀ ਫੀਲਿੰਗ ਦਿੱਤੀ, ਸਾਨੂੰ ਚੰਗਾ ਫੀਲ ਹੋਇਆ। ਤੇ ਇਸ ਤਰ੍ਹਾਂ ਸਾਧ ਸੰਗਤ, ਜਦੋਂ ਅਸੀਂ ਖੁਸ਼ੀ ਵਿੱਚ ਆਉਂਦੇ ਹਾਂ ਤੇ ਸਾਡੇ ਅੰਦਰ ਖੁਸ਼ੀ ਵਾਲੇ ਹਾਰਮੋਨ ਪੈਦਾ ਹੁੰਦੇ ਹਨ। ਜਦੋਂ ਕੋਈ ਬੰਦਾ ਰੋਂਦਾ ਹੈ ਨਾ, ਉਹ ਰੋਂਦਾ ਉਦੋਂ ਆ ਜਦੋਂ ਦਿਮਾਗ ਵਿੱਚੋਂ ਇੱਕ ਰਸਾਇਣਿਕ ਕੈਮੀਕਲ ਬਣਦਾ ਹੈ, ਹਾਰਮੋਨ ਪੈਦਾ ਹੁੰਦੇ ਨੇ, ਰੋਣ ਵਾਲੇ ਹਾਰਮੋਨ ਪੈਦਾ ਹੁੰਦੇ ਆ। ਦੁੱਖ ਦੇ ਵਿੱਚ ਵੀ ਕਿਸੇ ਦੇ ਅੰਦਰ ਕੋਈ ਐਸੀ ਦਵਾਈ ਪਾ ਦਈਏ, ਖੁਸ਼ੀ ਦੇ ਹਾਰਮੋਨ ਪੈਦਾ ਹੋਣਗੇ, ਉਹ ਦੁੱਖ ਦੇ ਵਿੱਚ ਵੀ ਉਹ ਹੱਸੇਗਾ ਬੰਦਾ, ਕਿਉਂਕਿ ਹਾਰਮੋਨ, ਇਹ ਦਿਮਾਗ ਦੀ ਖੇਡ ਹੈ ਸਾਰੀ। ਹੁਣ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਆਪਣੇ ਰੱਬ ਨੂੰ ਯਾਦ ਕਰ, ਸਵੇਰੇ ਇਸ਼ਨਾਨ ਕਰ। ਤੇ ਕੀ ਹੋਏਗਾ ਜੀ? ਮਨ ਤਨ ਭਏ ਆਰੋਗਾ। ਕਹਿੰਦੇ ਤੇਰੇ ਮਨ ਵਿੱਚੋਂ ਵੀ, ਤੇਰੇ ਤਨ ਵਿੱਚੋਂ ਵੀ ਰੋਗ ਖਤਮ ਹੋ ਜਾਣਗੇ, ਤੂੰ ਰੋਗ ਰਹਿਤ ਹੋ ਜਾਏਗਾ। ਨਹੀਂ ਤੇ ਦੁਨੀਆ ਦੇ ਵਿੱਚ ਕੋਈ ਐਸਾ ਜੀਵ ਨਹੀਂ ਹੈਗਾ, ਕੋਈ ਐਸਾ ਇਨਸਾਨ ਨਹੀਂ ਹੈਗਾ ਜਿਹਨੂੰ ਰੋਗ ਨਾ ਹੋਵੇ। ਪਸ਼ੂ ਪੰਛੀਆਂ, ਕੀੜੇ ਮਕੌੜਿਆਂ ਦੇ ਵਿੱਚ ਵੀ ਰੋਗ ਹੈਗਾ ਜੀ, ਉਹਨਾਂ 'ਚ ਵੀ ਰੋਗ ਹੈਗਾ ਸਾਧ ਸੰਗਤ। ਚਲੋ ਮਨੁੱਖ ਨੂੰ ਜ਼ਿਆਦਾ ਰੋਗ ਚੰਬੜ ਗਏ ਨੇ, ਪਰ ਰੋਗ ਉਹਨਾਂ 'ਚ ਵੀ ਹੈਗੇ ਆ। ਕਿਹੜੇ ਰੋਗ ਆ ਜੀ ਉਹਨਾਂ 'ਚ? ਗੁਰੂ ਕਹਿੰਦੇ ਨਾ, ਜੋ ਜੋ ਦਿਸੈ ਸੋ ਸੋ ਰੋਗੀ। ਜੋ ਜੋ ਦਿਸੈ, ਜਿਹੜਾ ਵੀ ਦਿਸਦਾ ਹੈ, ਸੋ ਸੋ ਰੋਗੀ। ਕਹਿੰਦੇ ਉਹੀ ਰੋਗੀ ਆ। ਭਗਤ ਰਵਿਦਾਸ ਜੀ ਦੇ ਨੇ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ 40 ਸ਼ਬਦ ਨੇ। 40 ਸ਼ਬਦ ਹੀ ਬੜੇ ਕਮਾਲ ਦੇ ਨੇ। ਇੱਕ ਸ਼ਬਦ ਵਿੱਚ ਹਵਾਲਾ ਦੇਣ ਲੱਗੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼। ਮ੍ਰਿਗ ਦਾ ਅਰਥ ਹਿਰਨ। ਕਹਿੰਦੇ ਹਿਰਨ ਨੂੰ ਵੀ ਇੱਕ ਦੋਖ ਲੱਗਿਆ ਜੀ, ਉਹਨੂੰ ਕੰਨਾਂ ਦਾ, ਸੁਣਨ ਦਾ ਜਿਹੜਾ ਰੋਗ ਲੱਗਿਆ ਹੋਇਆ। ਮੀਨ ਦਾ ਅਰਥ ਮੱਛੀ, ਮੱਛੀ ਨੂੰ ਮੂੰਹ ਦਾ ਚਸਕਾ, ਸਵਾਦ, ਰਸ ਦਾ ਰੋਗ ਲੱਗਿਆ ਹੋਇਆ। ਪਤੰਗ, ਜਿਹੜਾ ਪਤੰਗਾ ਆ, ਜਦੋਂ ਦੀਵਾ ਜਗਦਾ, ਲਾਟ ਜਗਦੀ, ਉਹਦੇ ਆਲੇ ਦੁਆਲੇ ਪੁਆਟੀਆਂ ਲੈਂਦਾ ਨਾ ਪਤੰਗਾ, ਪਤੰਗੇ ਆਉਂਦੇ ਨੇ ਲਾਟ ਤੇ, ਬਸ ਉਹਨਾਂ ਨੂੰ ਅੱਖਾਂ ਦਾ ਰੋਗ ਲੱਗਿਆ। ਪਤੰਗਾ ਛੋਟਾ ਜਿਹਾ ਹੈ, ਕਿਤੇ ਦੂਰ ਦੀਵਾ ਜਗਦਾ ਹੋਵੇ ਨਾ, ਉਹ ਉੱਥੋਂ ਹੀ ਉਡਾਰੀਆਂ ਮਾਰਦਾ, ਦੀਵੇ ਲਾਗੇ ਪਹੁੰਚ ਜਾਂਦਾ ਹੈ ਤੇ ਦੀਵੇ ਦੇ ਫਿਰ ਆਲੇ ਦੁਆਲੇ ਘੁੰਮਦਾ ਹੈ, ਮਜ਼ਾ ਲੈਂਦਾ ਹੈ। ਉਹਨੂੰ ਅੱਖਾਂ ਦਾ ਰੋਗ ਲੱਗਿਆ। ਇਹ ਵੀ ਰੋਗ ਆ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਕੁੰਚਰ ਕਹਿੰਦੇ ਨੇ ਹਾਥੀ ਨੂੰ। ਏਕ ਦੋਖ, ਇਹਨਾਂ ਨੂੰ ਇੱਕ ਇੱਕ ਦੋਖ ਰੋਗ ਲੱਗਿਆ। ਇਹਨਾਂ ਨੂੰ ਇੱਕ ਇੱਕ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ। ਤੇ ਗੁਰੂ ਭਗਤ ਰਵਿਦਾਸ ਕਹਿੰਦੇ ਨੇ, ਪੰਜ ਦੋਖ ਅਸਾਧ ਜਾਮੈ। ਆ ਬੰਦੇ ਵਿੱਚ ਪੰਜੇ ਹੀ ਹੈਗੇ ਜੀ। ਮੱਛੀ ਨੂੰ ਇੱਕ ਆ, ਭ੍ਰਿੰਗ ਨੂੰ ਇੱਕ ਆ, ਪਤੰਗੀ ਨੂੰ ਇੱਕ ਆ, ਹਾਥੀ ਨੂੰ ਇੱਕ ਰੋਗ ਆ, ਪਰ ਬੰਦੇ ਨੂੰ ਪੰਜੇ ਰੋਗ ਲੱਗੇ ਹੋਏ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜੇ ਇੰਦਰੀਆਂ ਦੇ ਰੋਗ ਲੱਗੇ ਹੋਏ। ਤੇ ਭਗਤ ਰਵਿਦਾਸ ਕਹਿੰਦੇ ਆ ਵੀ ਹੁਣ ਤੁਸੀਂ ਇਮਾਨਦਾਰੀ ਨਾਲ ਮੈਨੂੰ ਇਹ ਦੱਸੋ ਵੀ ਜਿਨ੍ਹਾਂ ਦਾ ਇੱਕ ਰੋਗ ਲੱਗਿਆ ਉਹਨਾਂ ਦਾ ਬਚਾਅ ਨਹੀਂ ਹੋਇਆ। ਜਿਸ ਬੰਦੇ ਨੂੰ 5 ਰੋਗ ਲੱਗ ਜਾਣ, ਕੀ ਇਹਦਾ ਬਚਾਅ ਹੋ ਸਕਦਾ? ਵੀ ਇੱਥੇ ਦੇ ਇੱਕ ਰੋਗ ਹੀ ਨਹੀਂ ਮਾਣ ਤੇ ਬੰਦੇ ਨੂੰ, ਤੇ ਬੰਦਾ 5 ਰੋਗ ਲਾਈ ਬੈਠਾ। ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਕਹਿੰਦੇ ਇਸ ਬੰਦੇ ਦੀ ਕੀ ਆਸ ਕੀਤੀ ਜਾ ਸਕਦੀ, ਤਾਂ ਕੀ ਕੇਤਕ ਆਸ। ਰੋਗ ਤਾਂ ਇੱਕ ਹੀ ਮਾਣ ਨਹੀਂ ਆ, ਤੇ ਬੰਦਾ 5 ਰੋਗ ਲਾਈ ਬੈਠਾ ਜੀ, 5 ਇੰਦਰੀਆਂ ਦੇ ਰੋਗ ਲਾਈ ਬੈਠਾ। ਆਓ ਸਾਸਾ ਅੱਗੇ ਚਲੀ। ਹਜ਼ੂਰ ਕਹਿੰਦੇ ਨੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ।
ਜਦੋਂ ਰੱਬ ਰਹਿਮਤ ਕਰਦਾ ਹੈ, ਦੁੱਖਾਂ ਰੋਗਾਂ ਦਾ ਡੇਰਾ ਭੱਜ ਜਾਂਦਾ ਹੈ। ਅਨੰਦ ਕਰੇ ਨਰ ਨਾਰੀ, ਕਹਿੰਦੇ ਫਿਰ ਉਹ ਸਾਰੇ ਆਨੰਦ ਮਾਣਦੇ ਆ, ਨਰ ਨਾਰੀ, ਇਸਤਰੀਆਂ ਪੁਰਸ਼, ਕਿਹੜੇ? ਜਿਨ੍ਹਾਂ ਉੱਤੇ ਰੱਬ ਦੀ ਕਿਰਪਾ ਹੋ ਗਈ, ਜਿਨ੍ਹਾਂ ਨੂੰ ਰੱਬ ਨੇ ਬੰਨਾ ਦੇ ਸਹਾਰਾ ਦੇ ਦਿੱਤਾ, ਜਿਨ੍ਹਾਂ ਨੂੰ ਰੱਬ ਨੇ ਢੋਈ ਦੇ ਦਿੱਤੀ, ਰੱਬ ਨੇ ਆਸਰਾ ਦੇ ਦਿੱਤਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਕਹਿੰਦੇ ਜਿਨ੍ਹਾਂ ਦੇ ਉੱਤੇ ਹਰੀ ਪ੍ਰਮਾਤਮਾ ਨੇ ਆਪਣੀ ਕਿਰਪਾ ਕਰ ਦਿੱਤੀ, ਆਪਣੀ ਬਖਸ਼ਿਸ਼ ਕਰ ਦਿੱਤੀ। ਜਿਨ੍ਹਾਂ ਨੇ ਰੱਬ ਦੀ ਬਖਸ਼ਿਸ਼ ਆਪਣੀ ਝੋਲੀ ਚ ਪਾ ਲਈ, ਉਹ ਰੋਗਾਂ ਤੋਂ ਵੀ ਮੁਕਤ ਹੋ ਗਏ, ਉਹ ਦੁੱਖਾਂ ਰੋਗਾਂ ਤੋਂ ਬਚ ਗਏ, ਉਹਨਾਂ ਨੇ ਆਪਣਾ ਜੀਵਨ ਸੁਖਦਾਇਕ ਬਤੀਤ ਕਰ ਲਿਆ, ਸਫਲਾ ਕਰ ਲਿਆ। ਹਰ ਹਰ ਪ੍ਰਭ ਕਿਰਪਾ ਧਾਰੀ। ਅਗਲਾ ਬਚਨ, ਸੰਤੋ ਸੁਖ ਹੋਵਾ ਸਭ ਥਾਈ, ਕਹਿੰਦੇ ਹੁਣ ਮੈਂ ਜਿੱਥੇ ਵੀ ਜਾਣਾ ਹੈ ਨਾ, ਸਭ ਥਾਵਾਂ ਤੇ ਹੁਣ ਮੈਂ ਸੁਖੀ। ਜਿਹੜਾ ਬੰਦਾ ਸੁਖੀ ਹੈ ਨਾ ਸਾਧ ਸੰਗਤ, ਉਹ ਦੁਨੀਆ 'ਚ ਕਿਤੇ ਵੀ ਚਲੇ ਜਾਏ, ਕਿਤੇ ਵੀ ਆ ਜਾਏ, ਉਹ ਸੁਖੀ ਜੇ ਬੰਦਾ। ਉਹ ਭਾਵੇਂ ਇੰਡੀਆ 'ਚ ਰਹੇ, ਭਾਵੇਂ ਅਮਰੀਕਾ ਚਲੇ ਜਾਵੇ, ਉਹ ਇੰਡੀਆ 'ਚ ਵੀ ਸੁਖੀ ਆ ਤੇ ਅਮਰੀਕਾ 'ਚ ਵੀ ਸੁਖੀ ਆ। ਤੇ ਜਿਹੜਾ ਬੰਦਾ ਦੁਖੀ ਆ, ਉਹ ਭਾਵੇਂ ਅਮਰੀਕਾ ਚਲੇ ਜਾਵੇ, ਇੰਗਲੈਂਡ ਕਨਾਡਾ ਚਲੇ ਜਾਏ, ਉਹ ਭਾਵੇਂ ਸੱਚਖੰਡ ਵਿੱਚ ਸਵਰਗਾਂ 'ਚ ਚਲੇ ਜਾਵੇ। ਜਿਹੜਾ ਬੰਦਾ ਦੁਖੀ ਹੈ ਨਾ, ਜਿਹਨੇ ਆਪਣੇ ਅੰਦਰ ਦੁਖੀ ਹੋਣ ਵਾਲਾ ਸੁਭਾਅ ਪਾਲ ਲਿਆ, ਜਿਹੜਾ ਸੁਭਾਅ ਹੀ ਬਣ ਗਿਆ ਦੁਖੀ ਹੋਣਾ, ਉਹ ਤੇ ਭਾਵੇਂ ਸਵਰਗਾਂ ਦੇ ਵਿੱਚ ਵੀ ਚਲੇ ਜਾਏਗਾ ਤੇ ਦੁਖੀ ਰਹੇਗਾ। ਜਿਹੜਾ ਬੰਦਾ ਸੁਖੀ ਹੈ ਨਾ, ਉਹ ਕਿਤੇ ਵੀ ਚਲੇ ਜਾਏ, ਉਹ ਸੁਖੀ ਆ, ਉਹ ਆਨੰਦ ਵਿੱਚ ਵਾ। ਉਹ ਫਾਂਸੀ ਦੇ ਉੱਤੇ ਚੜਿਆ ਹੋਇਆ ਵੀ ਸੁਖੀ ਆ, ਉਹ ਤੱਤੀ ਤਵੀ ਤੇ ਬੈਠਾ ਵੀ ਹੋਵੇਗਾ ਤੇ ਸੁਖੀ ਹੋਏਗਾ। ਉਹਦਾ ਸਿਰ ਕਲਮ ਕੀਤਾ ਜਾ ਰਿਹਾ ਹੋਵੇਗਾ, ਉਹ ਸੁਖੀ ਹੋਏਗਾ। ਚਾਂਦਨੀ ਚੌਂਕ, ਔਰੰਗਜ਼ੇਬ ਬਾਦਸ਼ਾਹ, ਜਿੱਥੇ ਅੱਜ ਸਥਾਨ ਹੈ ਸੀਸਗੰਜ ਗੁਰਦੁਆਰਾ। ਪਹਿਲੇ ਸਿੱਖ ਨੂੰ ਸ਼ਹੀਦ ਕੀਤਾ ਜੀ, ਪਹਿਲੇ ਸਿੱਖ ਨੂੰ, ਦੂਜੇ ਸਿੱਖ ਨੂੰ, ਤੀਜੇ ਸਿੱਖ ਨੂੰ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, 3 ਸਿੱਖਾਂ ਨੂੰ ਸ਼ਹੀਦ ਕੀਤਾ। ਔਰ ਬੜੇ ਤਸੀਹੇ ਤਸ਼ੱਦਦ ਨਾਲ ਸ਼ਹੀਦ ਕੀਤਾ। ਇੱਕ ਸਿੱਖ ਨੂੰ ਉਬਲਦੀ ਹੋਈ ਦੇਗ ਵਿੱਚ ਉਬਾਲਿਆ ਜੀ। ਦੇਗ ਦਾ ਜਿਹੜਾ ਟੈਂਪਰੇਚਰ ਹੁੰਦਾ ਨਾ, ਜ਼ਿਆਦਾ ਹੁੰਦਾ ਛੋਟੇ ਪਤੀਲੇ ਨਾਲੋਂ, 2-4 ਕਿਲੋ ਦੇ ਪਤੀਲੇ ਨਾਲੋਂ ਵੱਡੀ ਦੇਗ ਦਾ ਜਿਹੜਾ ਤਾਪਮਾਨ ਹੁੰਦਾ ਜ਼ਿਆਦਾ ਹੁੰਦਾ। ਉਹ ਗੁਰੂ ਦਾ ਸਿੱਖ ਉਸ ਪਾਣੀ ਦੇ ਵਿੱਚ ਹੀ ਘੁਲ ਗਿਆ ਹੋਏਗਾ, ਸ਼ਹੀਦ ਕਰ ਦਿੱਤਾ। ਸਾਰੇ ਦਿੱਲੀ ਦੇ ਲੋਕਾਂ ਨੇ ਵੇਖਿਆ, ਦੂਜੇ ਸਿੱਖਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਦੇਖਿਆ। ਉਹ ਗੁਰੂ ਦਾ ਪਿਆਰਾ ਉਬਲਦੀ ਹੋਈ ਦੇਗ ਵਿੱਚ ਉਬਾਲੇ ਖਾ ਗਿਆ, ਚਰਬੀ ਖੂਨ ਵਿੱਚ ਹੀ ਘੁਲ ਗਿਆ, ਉਹਦਾ ਮਾਸ ਵਿੱਚ ਹੀ, ਪਾਣੀ ਦੇਗ 'ਚ ਹੀ ਘੁਲ ਗਿਆ। ਪਰ ਉਹਦੇ ਅੰਦਰ ਦਾ ਜਿਹੜਾ ਸੁੱਖ ਸੀ, ਆਨੰਦ ਸੀ, ਉਹਦੇ ਅੰਦਰ ਦੇ ਆਨੰਦ ਨੂੰ ਕੋਈ ਭੰਗ ਨਹੀਂ ਕਰ ਸਕਿਆ। ਅਗਲੇ ਦਿਨ ਦੂਜੇ ਸਿੱਖ ਨੂੰ ਲਿਆਂਦਾ, ਕਹਿੰਦੇ ਵੀ ਇਹਦੇ ਆਲੇ ਦੁਆਲੇ ਨਾਲ ਇਹਨਾਂ ਰੂਹ ਲਪੇਟੋ, ਤੇ ਰੂਹ ਨੂੰ ਜਿਹੜੀ ਨਾ ਉਹ ਹੌਲੀ ਹੌਲੀ ਸੜਦਾ, ਹੌਲੀ ਹੌਲੀ ਸੇਕ ਲੱਗੇਗਾ, ਤੜਫੇਗਾ ਸਿੱਖ। ਰੂਹ ਦੇ ਵਿੱਚ ਲਪੇਟ ਕੇ ਜੀ ਸਿੱਖ ਨੂੰ ਸਾੜ ਦਿੱਤਾ। ਪਰ ਉਸ ਸਿੱਖ ਦਾ ਵੀ ਆਨੰਦ ਭੰਗ ਨਹੀਂ ਕਰ ਸਕੇ। ਤੀਜੇ ਸਿੱਖ ਨੂੰ ਕਿਹਾ ਵੀ ਇਹਨੂੰ ਨਾ ਬੰਨੋ, ਲੱਕੜਾਂ ਦੇ ਵਿੱਚ ਇਸ ਤਰ੍ਹਾਂ ਬੰਨੋ ਤੇ ਇਹਨੂੰ ਆਰੇ ਨਾਲ ਚੀਰੋ। ਇਹਨੂੰ ਜਲਾਦਾਂ ਨੇ ਸਾਹਮਣੇ ਆਰਾ ਵੀ ਰੱਖਿਆ ਤੇ ਐਸੇ ਸਿੱਖ ਨੂੰ ਪੁੱਛਿਆ ਵੀ ਤੈਨੂੰ ਆਰੇ ਦੇ ਨਾਲ ਚੀਰ ਕੇ ਮਾਰਨਾ ਹੈ, ਤੈਨੂੰ ਆਪਾਂ, ਤੇਰੀ ਕੋਈ ਆਖਰੀ ਇੱਛਾ ਹੈਗੀ ਵੈਸੇ ਕੋਈ? ਉਹ ਕਹਿੰਦਾ ਮੇਰੀ ਆਖਰੀ ਇੱਛਾ ਇਹੀ ਆ ਵੀ ਜਦੋਂ ਤੁਸੀਂ ਆਰਾ ਫੇਰੋਗੇ ਨਾ, ਤੇ ਤੁਸੀਂ ਆਰਾ ਸਿੱਧਾ ਫੇਰਿਓ, ਕਿਤੇ ਚੀਰ ਟੇਢਾ ਨਾ ਕਰ ਦਿਓ। ਜੇ ਤੁਹਾਡੇ ਆਰੇ ਦਾ ਚੀਰ ਟੇਢਾ ਹੋ ਗਿਆ ਨਾ ਮੇਰੇ ਸਰੀਰ ਵਿੱਚ,
ਤੇ ਲੋਕ ਕਹਿਣਗੇ ਥੱਲੇ ਸਿੱਖ ਹਿੱਲ ਗਿਆ ਸੀ, ਲੋਕ ਕਹਿਣਗੇ ਵੀ ਥੱਲੇ ਸਿੱਖ ਘਬਰਾ ਗਿਆ ਸੀ, ਹਿੱਲ ਗਿਆ ਸੀ, ਤਾਂ ਚੀਰਾ ਜਿਹੜਾ ਟੇਢਾ ਹੋ ਗਿਆ। ਉਹ ਗੁਰੂ ਦਾ ਸਿੱਖ ਕਹਿੰਦਾ ਵੀ ਬਸ ਇੰਨੀ ਕਿਰਪਾ ਕਰਿਓ ਵੀ ਆਰੇ ਦਾ ਚੀਰ ਸਿੱਧਾ ਫੇਰਿਓ, ਘਬਰਾਇਓ ਨਾ। ਮੈਂ ਮਰਨ ਲੱਗਿਆ ਨਹੀਂ ਘਬਰਾਉਣਾ, ਤੁਸੀਂ ਆਰਾ ਫੇਰਨ ਲੱਗਿਆ ਘਬਰਾਇਓ ਨਾ ਤੁਸੀਂ, ਬਸ ਇੰਨੀ ਕੁ ਬੇਨਤੀ ਹੈ। ਇਹ ਸੀ ਚੜ੍ਹਦੀ ਕਲਾ ਦੇ ਬੋਲ ਬਾਲੇ। ਇਹ ਸੀ ਵੀ ਇਹ ਮੌਤ ਦੇ ਵਿੱਚ ਵੀ ਉਹ ਰੱਬ ਦੇ ਪਿਆਰੇ ਆਨੰਦ ਵਿੱਚ ਨੇ, ਚੜ੍ਹਦੀ ਕਲਾ ਵਿੱਚ ਨੇ। ਤੇ ਜਿਹਨੂੰ ਰੱਬ ਨੇ ਆਨੰਦ ਦੇ ਦਿੱਤਾ ਨਾ ਸਾਧ ਸੰਗਤ, ਉਹ ਕਿਤੇ ਵੀ ਜਾਵੇ ਉਹ ਆਨੰਦ ਵਿੱਚ ਰਹਿੰਦਾ ਹੈ, ਉਹ ਸੁਖ ਵਿੱਚ ਰਹਿੰਦਾ ਹੈ, ਖੁਸ਼ੀ ਵਿੱਚ ਰਹਿੰਦਾ ਹੈ। ਤੇ ਹਜ਼ੂਰ ਕਹਿੰਦੇ ਨੇ ਸੰਤੋ ਸੁਖ ਹੋਵਾ, हे ਸੰਤੋ, हे ਦੁਨੀਆ ਦੇ ਲੋਕੋ, ਸੁਖ ਹੋਆ। ਹੁਣ ਸੁਖ ਹੋ ਗਿਆ ਸਭ ਥਾਈਂ, ਸਾਰੀਆਂ ਥਾਵਾਂ ਤੇ। ਹੁਣ ਕਿਤੇ ਵੀ ਚਲੇ ਜਾਵਾਂ ਸਭ ਥਾਵਾਂ ਤੇ ਹੁਣ ਮੈਨੂੰ ਸੁਖ ਮਿਲ ਗਿਆ, ਮੈਂ ਸੁਖਦਾਇਕ ਹੋ ਗਿਆ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰੱਬ ਰਹਿਆ ਸਭਨੀ ਜਾਏ। ਹੁਣ ਇਹਦਾ ਰਾਜ ਕੀ ਹੈ ਜੀ? ਸਭ ਥਾਵਾਂ ਤੇ ਸੁਖ ਮਿਲ ਗਿਆ ਹੈ, ਇਹਦਾ ਰਾਜ ਕੀ ਹੈ ਭਲਾ? ਇਹ ਨੁਕਤਾ ਕੀ ਆ? ਦੇਖੋ ਬੜਾ ਸੌਖਾ ਨੁਕਤਾ। ਇਹ ਨੁਕਤੇ ਦਾ ਸਾਨੂੰ ਪਤਾ ਆ, ਪਰ ਸਾਡੇ ਦਿਮਾਗ ਵਿੱਚ ਸਿਲੈਕਟ ਨਹੀਂ ਹੋਇਆ ਅਜੇ, ਮਨ ਨੇ ਨਾ ਸਿਲੈਕਟ ਨਹੀਂ ਕੀਤਾ। ਉਹ ਕੀ ਨੁਕਤਾ? ਦੇਖੋ ਗੁਰੂ ਕਹਿੰਦੇ ਨੇ ਪਾਰ ਬ੍ਰਹਮ ਪੂਰਨ ਪਰਮੇਸ਼ਰ। ਉਹ ਪਾਰ ਬ੍ਰਹਮ ਆ, ਉਹ ਪੂਰਨ ਆ, ਉਹ ਪਰਮੇਸ਼ਵਰ ਆ। ਰੱਬ ਰਹਿਆ, ਰੱਬ ਰਹਿਆ ਦਾ ਅਰਥ ਰਮਿਆ ਹੋਇਆ, ਸਭਨੀ ਜਾਈ, ਸਾਰੀਆਂ ਥਾਵਾਂ ਤੇ। ਉਹ ਪ੍ਰਮਾਤਮਾ ਸਭ ਥਾਵਾਂ ਤੇ ਰਮਿਆ ਹੋਇਆ, ਉਸ ਵਾਹਿਗੁਰੂ ਸਾਰੀਆਂ ਥਾਵਾਂ ਤੇ ਵਿਆਪਕ ਆ। ਤੇ ਜਿਸ ਨੇ ਇਹ ਗੱਲ ਨੂੰ ਸਮਝ ਲਿਆ, ਮੰਨ ਲਿਆ, ਸਾਰੀਆਂ ਥਾਵਾਂ ਤੇ ਨੂੰ ਸੁੱਖ ਮਿਲ ਜਾਏਗਾ। ਰੱਬ ਸਾਰੀਆਂ ਥਾਵਾਂ ਤੇ ਵਿਆਪਕ ਆ। ਜਿਸ ਨੇ ਇਹ ਗੱਲ ਮੰਨ ਲਈ, ਗੁਰੂ ਕਹਿੰਦੇ ਉਹਨੂੰ ਸਭ ਥਾਵਾਂ ਤੇ ਸੁੱਖ ਮਿਲ ਜਾਏਗਾ, ਸਭ ਥਾਵਾਂ ਤੇ। ਸੰਤੋ ਸੁਖ ਹੋਵਾ ਸਭ ਥਾਈਂ, ਕਿਉਂਕਿ ਸਭ ਥਾਵਾਂ ਤੇ ਰੱਬ ਆ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰੱਬ ਰਹਿਆ ਸਭਨੀ ਜਾਈ। ਉਹ ਸਾਰੀਆਂ, ਜਾਈ ਦਾ ਅਰਥ ਨਾ ਜੀ ਥਾਂ, ਜਿੱਥੇ ਜਾਏ। ਜਾਏ ਦਾ ਅਰਥ ਜਾਣਾ ਇੱਥੇ ਨਹੀਂ ਆ, ਜਾਏ ਦਾ ਅਰਥ ਜਾਣਾ ਵੀ ਆ, ਪਰ ਜਾਏ ਦਾ ਅਰਥ ਨਾ ਜਗ੍ਹਾ, ਜਾਏ ਦਾ ਅਰਥ ਥਾਂ। ਹਜ਼ੂਰ ਕਹਿੰਦੇ ਨੇ ਰੱਬ ਰਹਿਆ ਸਭਨੀ ਜਾਈ। ਉਹ ਪ੍ਰਮਾਤਮਾ ਸਭ ਥਾਈਂ ਰਮਿਆ ਹੋਇਆ ਹੈ। ਤੇ ਜੇ ਕੋਈ ਮੰਨ ਲਏ ਨਾ ਸਾਧ ਸੰਗਤ ਰੱਬ ਨੂੰ, ਪਹਿਲੀ ਗੱਲ ਆ, ਦੇਖੋ ਸਾਧ ਸੰਗਤ, ਪਹਿਲੀ ਗੱਲ ਆ ਵੀ ਬੰਦਾ ਰੱਬ ਨੂੰ ਜੇ ਮੰਨ ਲਿਆ ਨਾ ਰੱਬ ਹੈਗਾ ਹੈ, ਬਸ ਇੰਨੀ ਗੱਲ ਦੇ ਉੱਤੇ ਬਹੁਤ ਵੱਡੀ ਬਖਸ਼ਿਸ਼ ਹੋ ਜਾਏਗੀ। ਤੇ ਜੇ ਕਿਤੇ ਮੰਨਣ ਤੋਂ ਬਾਅਦ ਇਹ ਮੰਨ ਲਏ ਵੀ ਰੱਬ ਸਭ ਥਾਵਾਂ ਤੇ ਆ, ਤੇ ਹੋਰ ਬਖਸ਼ਿਸ਼ਾਂ ਦੇ ਭੰਡਾਰੇ ਇਹਨੂੰ ਮਿਲ ਜਾਣਗੇ। ਮੰਨੇ ਕੀ ਗੱਤ ਕਹੀ ਨਾ ਜਾਏ। ਮੰਨੇ, ਬਸ ਮੰਨ ਲਿਆ ਜੇ ਰੱਬ ਨੂੰ ਮੰਨ ਲਿਆ ਨਾ ਸਾਧ ਸੰਗਤ, ਏਡੀ ਅਵਸਥਾ ਉੱਚੀ ਹੋ ਜਾਏਗੀ, ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕੇਗਾ। ਬਸ ਮੰਨਣਾ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਨੇ ਬਾਣੀ 'ਚ ਬੜੀ ਵਾਰ ਕਿਹਾ ਕਿ ਤੂੰ ਮੰਨ ਲੈ, ਜੇ ਮੰਨ ਲਿਆ ਨਾ ਰੱਬ ਤੇਰੇ ਤੇ ਕਿਰਪਾ ਕਰ ਦੇਗਾ। ਰੱਬ ਵੀ ਹੈਰਾਨ ਹੁੰਦਾ ਹੈ ਵੀ ਇਹ ਬੰਦਾ ਰੋਜ਼ ਰੱਬ ਦੀਆਂ ਗੱਲਾਂ ਕਹਿੰਦਾ ਸੁਣਦਾ ਆ, ਪਰ ਫਿਰ ਮੰਨਦਾ ਨਹੀਂ, ਮੰਨਦਾ ਹੀ ਨਹੀਂ। ਗੁਰੂ ਕਹਿੰਦੇ ਮੰਨ ਲੈ, ਬਸ ਤੂੰ ਇੱਕ ਵਾਰ ਮੰਨ ਲੈ ਤੇ ਕਿਰਪਾ ਦਾ ਪਾਤਰ ਬਣ ਜਾਏਗਾ। ਆਓ ਸਾਸ 1 ਮਿੰਟ ਵਾਸਤੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੋ ਸਾਧ ਸੰਗਤ ਇਸ ਤੋਂ ਅੱਗੇ ਹਜ਼ੂਰ ਆਖਦੇ ਨੇ ਧੁਰ ਕੀ ਬਾਣੀ ਆਈ ਧੁਰ ਤੋਂ ਬਾਣੀ ਆਈ ਹੈ ਔਰ ਇਹ ਬਾਣੀ ਕਿਹਨਾਂ ਲਈ ਆਈ ਹੈ ਜੀ ਸਾਡੇ ਲਈ ਆਈ ਹੈ ਸੰਸਾਰ ਦੇ ਲੋਕਾਂ ਲਈ ਆਈ ਹੈ ਰੱਬ ਨੇ ਭੇਜੀ ਹੈ ਬਾਣੀ ਤੇ ਸਾਡੇ ਲਈ ਭੇਜੀ ਹੈ ਨਾ ਕਿਸੇ ਦੋਸਤ ਨੇ ਕੋਈ ਗਿਫਟ ਭੇਜਿਆ ਹੋਵੇ ਨਾ ਸਾਧ ਸੰਗਤ ਕਿਸੇ ਨੇ ਕੋਈ ਚੀਜ਼ ਭੇਜੀ ਹੋਏ ਤੇ ਅਸੀਂ ਉਹਨੂੰ ਬੜਾ ਪਿਆਰ ਦਿੰਦੇ ਆ ਵੀ ਉਹਨੇ ਭੇਜੀ ਆ ਮੇਰੇ ਯਾਰ ਨੇ ਮੇਰੇ ਦੋਸਤ ਨੇ ਭੇਜੀ ਮੇਰੀ ਮਾਂ ਨੇ ਭੇਜੀ ਪਿਓ ਨੇ ਭੇਜੀ ਭਰਾ ਨੇ ਭੇਜੀ ਪੁੱਤ ਨੇ ਭੇਜੀ ਰੱਬ ਨੇ ਸੱਚਖੰਡ ਤੋਂ ਸਾਡੇ ਲਈ ਬੜੀ ਕੀਮਤੀ ਦਾਤ ਧੁਰ ਕੀ ਬਾਣੀ ਭੇਜੀ ਆ ਤੇ ਇਸ ਬਾਣੀ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਸੰਭਾਲਣਾ ਸੀ ਪਿਆਰ ਕਰਨਾ ਸੀ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਹਮਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਤਾਰੀ ਦੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੀ ਸਭ ਤੋਂ ਪਿਆਰੀ ਜਿਹੜੀ ਦਾਤ ਆ ਉਹ ਬਾਣੀ ਆ ਰੱਬ ਵੀ ਆ ਨਾਮ ਵੀ ਆ ਤੇ ਬਾਣੀ ਵੀ ਮੈਨੂੰ ਬੜੀ ਪਿਆਰੀ ਆ ਇਹ ਬਾਣੀ ਅੰਮ੍ਰਿਤ ਧਾਰੀ ਆ ਇਹਦੇ ਵਿੱਚੋਂ ਅੰਮ੍ਰਿਤ ਦੀ ਧਾਰਾ ਨਿਕਲਦੀ ਆ ਹਮਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਮੈਂ ਤੇ ਇੱਕ ਨਿਮਖ ਮਾਤਰ ਵੀ ਇਹਨੂੰ ਆਪਣੇ ਤੋਂ ਦੂਰ ਨਹੀਂ ਕਰਦਾ ਸਾਧ ਸੰਗਤ ਰੱਬ ਨੇ ਸਾਨੂੰ ਇਹ ਦਾਤ ਦਿੱਤੀ ਆ ਗੁਰਬਾਣੀ ਇਹ ਸਾਡੇ ਲਈ ਆ ਅਸੀਂ ਇਸ ਤੋਂ ਲਾਹਾ ਲੈਣਾ ਹੈ ਮੈਂ ਕਈ ਵਾਰ ਨਾ ਸਿੱਖਾਂ ਨੂੰ ਵੇਖਿਆ ਹੈ ਉਹ 4-4 5-5 6-6 ਅਖਬਾਰਾਂ ਪੜ੍ਹ ਦਿੰਦੇ ਆ ਇੱਕ ਸਿੱਖ ਨੇ ਕਿਹਾ ਮੈਨੂੰ ਕਿਹਾ ਮੈਂ ਕਿਹਾ ਤੁਸੀਂ ਇੰਨੀਆਂ ਅਖਬਾਰਾਂ ਕਿਵੇਂ ਪੜ੍ਹ ਲੈਂਦੇ ਹੋ ਜੀ ਮੇਰੇ ਕੋਲ ਤੇ ਇੱਕ ਵੀ ਨਹੀਂ ਪੜ੍ਹੀ ਜਾਂਦੀ ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਅਖਬਾਰਾਂ ਪੜ੍ਹਦਾ ਨਹੀਂ ਮੈਂ ਅਖਬਾਰਾਂ ਨੂੰ ਪੀਨਾ ਵਾਂ
मतलब कि मैं हर खबर ਨੂੰ बड़े ध्यान ਨਾਲ सारी अखबार में चंगी तरह पढ़दा भी छड्डदा ही कुछ नहीं। ਤੇ ਹੁਣ ਗੱਲ ਯਾਦ ਆਉਂਦੀ ਹੈ ਵੀ 5-6 ਅਖਬਾਰਾਂ ਉਹਨਾਂ ਵਿੱਚੋਂ ਇੱਕ ਅਖਬਾਰ ਘਟਾ ਦਿਓ, ਉਨੀ ਗੁਰਬਾਣੀ ਪੜ੍ਹ ਲਿਆ ਕਰੋ ਜਿਹੜੀ ਰੱਬ ਨੇ ਭੇਜੀ ਆ ਸਾਡੇ ਲਈ, ਅਸੀਂ ਉਹ ਵੀ ਪੜ੍ਹੀਏ। ਸਾਧ ਸੰਗਤ ਬੜੀ ਕੀਮਤੀ ਦਾਤ ਸਾਨੂੰ ਸਾਡੇ ਗੁਰੂਆਂ ਨੇ 35 ਮਹਾਂਪੁਰਸ਼ਾਂ ਨੇ ਸਾਨੂੰ ਇਹੀ ਦਾਤ ਦਿੱਤੀ ਆ, ਉਹ ਬਾਣੀ। ਤੇ ਜੇ ਅਸੀਂ ਬਾਣੀ ਵੱਲੋਂ ਵੀ ਬੇਮੁਖ ਹੋ ਗਏ ਤੇ ਸਾਡੇ ਵਰਗਾ ਅਕਿਰਤ ਘਣ ਹੋਰ ਕੌਣ ਹੋ ਸਕਦਾ। ਰੱਬ ਨੇ ਭੇਜੀ ਦਾਤ, ਅਸੀਂ ਉਹਦੀ ਕਦਰ ਹੀ ਨਹੀਂ ਪਾਈ। ਰੱਬ ਕਹੇਗਾ ਨਾ ਵੀ ਮੈਂ ਤੈਨੂੰ ਦਾਤ ਬੜੀ ਵੱਡੀ ਦਿੱਤੀ ਸੀ ਵੀ ਤੂੰ ਤੇ ਉਹਦੀ ਕਦਰ ਹੀ ਨਹੀਂ ਪਾਈ, ਵੀ ਤੂੰ ਤੇ ਕਦਰਦਾਨ ਹੀ ਨਹੀਂ ਹੈਗਾ, ਤੂੰ ਤੇ ਬੇਕਦਰਾ ਹੀ ਨਿਕਲਿਆ। ਤੋ ਸਾਧ ਸੰਗਤ ਧੁਰ ਕੇ ਬਾਣੀ ਆਏ, ਤਿੰਨ ਸਗਲੇ ਚਿੰਤ ਮਿਟਾਏ। ਕਹਿੰਦੇ ਇਸ ਬਾਣੀ ਨੇ ਸਾਰੀਆਂ ਚਿੰਤਾਵਾਂ ਮਿਟਾ ਦਿੱਤੀਆਂ। ਵਾਕਈ ਜੇ ਕੋਈ ਬਾਣੀ ਅਨੁਸਾਰ ਚੱਲੇਗਾ ਨਾ ਸਾਧ ਸੰਗਤ, ਉਹਦੇ ਅੰਦਰ ਚਿੰਤਾ ਨਾਮ ਦੀ ਕੋਈ ਚੀਜ਼ ਨਹੀਂ ਰਹਿਣੀ, ਚਿੰਤਾ ਮਿਟ ਜਾਏਗੀ। ਪਰ ਹੁਣ ਮਸਲਾ ਇਹ ਹੈ ਨਾ ਵੀ ਅਸੀਂ ਬਾਣੀ ਨੂੰ ਛਕਣਾ ਨਹੀਂ ਆਇਆ, ਬਾਣੀ ਰੂਪੀ ਦਵਾਈ ਨੂੰ ਖਾਣਾ ਨਹੀਂ ਆਇਆ, ਬਾਣੀ ਰੂਪੀ ਫਾਰਮੂਲਾ ਵਰਤਣਾ ਹੀ ਨਹੀਂ ਆਇਆ, ਬਾਣੀ ਦਾ ਭੋਜਨ ਛਕਣਾ ਹੀ ਨਹੀਂ ਆਇਆ। ਸਾਧ ਸੰਗਤ ਜੇ ਛਕਿਆ ਹੁੰਦਾ ਤੇ ਚਿੰਤਾ ਹੋਰ ਰੋਗ ਦੁੱਖ ਸਾਰੇ ਮਿਟ ਜਾਣੇ ਸੀ। ਇਹ ਗੱਲ ਗੁਰਬਾਣੀ ਵਿੱਚ ਤੁਹਾਨੂੰ ਇਹ ਯਾਦ ਆ ਬਚਨ, ਤਰਸ ਪਿਆ ਮਹਿਰਾਮਤ ਹੋਈ ਵਾਲੀ। ਉੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੋ ਖਾਵੇ, ਉੱਥੇ ਕਿਹਨੂੰ ਖਾਣ ਦੀ ਗੱਲ ਭਲੇ, ਗੁਰਬਾਣੀ ਦਾ ਭੋਜਨ ਛਕਣ ਦੀ ਗੱਲ ਹੈ। ਜੇ ਕੋ ਖਾਵੇ ਤੇ ਜੇ ਕੋ ਭੁੰਚੈ, ਖਾ ਕੇ ਕੋਈ ਪਚਾ ਲਵੇ ਤੇ ਤਿਸ ਕਾ ਹੋਏ ਉਧਾਰੋ, ਉਹਦਾ ਉਧਾਰ ਹੋ ਜਾਏਗਾ। ਇੱਕ ਹੁੰਦਾ ਹੈ ਆਧਾਰ, ਆਧਾਰ ਦਾ ਅਰਥ ਹੈ ਆਸਰਾ, ਦੂਜਾ ਹੁੰਦਾ ਉਧਾਰ ਊੜੇ ਵਾਲਾ, ਉਧਾਰ ਦਾ ਅਰਥ ਉਹਦਾ ਉਧਾਰ ਹੋ ਜਾਏਗਾ। ਪਰ ਸ਼ਰਤ ਆ ਵੀ ਜਿਨੇ ਛਕ ਲਿਆ ਭੋਜਨ ਬਾਣੀ ਦਾ ਔਰ ਜਿਨੇ ਪਚਾ ਲਿਆ। ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਇਹਦੇ ਵਿੱਚ ਤਾਂ ਕੋਈ ਔਖੀ ਗੱਲ ਨਹੀਂ, ਸਾਰੀ ਸਮਝ ਆ ਗਈ ਪੰਕਤੀ ਵਿੱਚੋਂ। ਇਹ ਪੰਕਤੀ ਦੇ ਪੜਿਆ ਸਾਨੂੰ ਸਾਰੀ ਸਮਝ ਆ ਗਈ ਵੀ ਵਾਕਈ ਖਾਣ ਦੀ ਗੱਲ ਆ, ਪਚਾਉਣ ਦੀ ਗੱਲ ਆ, ਤੇ ਫਿਰ ਜਿਹੜਾ ਖਾ ਲਿਆ ਪਚਾ ਲਿਆ ਜਿਹਨੇ, ਉਹਦਾ ਉਧਾਰ ਹੋ ਜਾਣਾ। ਤੋ ਸਾਧ ਸੰਗਤ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤਰਸ ਪਿਆ, ਰੱਬ ਨੇ ਮੇਰੇ ਤੇ ਤਰਸ ਕੀਤਾ। ਉਹ ਰੱਬ ਹੀ ਕਿਤੇ ਤਰਸ ਆ ਗਿਆ ਰੱਬ ਨੂੰ। ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਤੇ ਤਰਸ ਆ ਗਿਆ ਰੱਬ ਨੂੰ। ਮਿਹਰਾਮਤ ਹੋਈ, ਮੇਰੇ ਤੇ ਰੱਬ ਨੇ ਮਿਹਰਾਮਤ ਕੀਤੀ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਮੈਨੂੰ ਇਹ ਸਤਿਗੁਰੂ ਸੱਜਣ ਮਿਲਿਆ। ਤੋ ਸਾਧ ਸੰਗਤ ਹਜ਼ੂਰ ਕਹਿੰਦੇ ਨੇ ਧੁਰ ਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਏ। ਉਹਨੇ ਸਾਰੀ ਜਿਹੜੀ ਚਿੰਤਾ ਵਾ ਨਾ ਸਾਧ ਸੰਗਤ ਉਹ ਮਿਟਾ ਦਿੱਤੀ। ਇੱਕ ਗੱਲ ਯਾਦ ਰੱਖਣਾ ਸਾਧ ਸੰਗਤ, ਜਿਹੜੀ ਚਿੰਤਾ ਵਾ ਨਾ, ਚਿੰਤਾ ਜਿਹੜੀ ਟੈਨਸ਼ਨ ਆ, ਇਹ ਜੇ ਲਗਾਤਾਰ ਬਰਕਰਾਰ ਰਵੇ ਤੇ ਡਿਪਰੈਸ਼ਨ ਬਣ ਜਾਂਦਾ ਹੈ। ਜਦੋਂ ਇਹ ਡਿਪਰੈਸ਼ਨ ਬਣ ਗਈ ਬਹੁਤ ਵੱਡੀ ਪ੍ਰੋਬਲਮ ਹੋਏਗੀ। ਹੈ ਕੁਝ ਵੀ ਨਹੀਂ, ਕੋਈ ਬਿਮਾਰੀ ਨਹੀਂ ਹੈ, ਪਰ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਵੀ ਉੱਪਰ ਹੈ ਕੁਝ ਵੀ ਨਹੀਂ, ਚਿੰਤਾ ਕੁਝ ਵੀ ਨਹੀਂ ਹੈ। ਇਹ ਕੋਈ ਬਿਮਾਰੀ ਨਹੀਂ ਹੈ ਸਾਧ ਸੰਗਤ, ਪਰ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਵੀ ਫੇਲ ਕਰ ਦਿੰਦੀ ਹੈ। ਜੇ ਚਿੰਤਾ ਹੋਵੇਗੀ, ਟੈਨਸ਼ਨ ਹੋਵੇਗੀ, ਚੰਗੀ ਨੀਂਦ ਨਹੀਂ ਆਏਗੀ। ਜੇ ਚੰਗੀ ਨੀਂਦ ਨਹੀਂ ਆਏਗੀ, ਟੈਨਸ਼ਨ ਹੋਏਗੀ, ਪਾਚਨ ਸ਼ਕਤੀ ਦੇ ਉੱਤੇ, ਡਾਈਜੈਸਟ ਸਿਸਟਮ ਦੇ ਉੱਤੇ ਬੜਾ ਬੁਰਾ ਅਸਰ ਪੈਂਦਾ। ਪਾਚਨ ਸ਼ਕਤੀ ਦੇ ਉੱਤੇ, ਪਾਚਨ ਕਿਰਿਆ ਦੇ ਉੱਤੇ, ਪਾਚਨ ਵਾਲੇ ਸਿਸਟਮ ਦੇ ਉੱਤੇ ਬੜਾ ਬੁਰਾ ਅਸਰ ਪੈਂਦਾ। ਤੇ ਜਦੋਂ ਪੇਟ ਦੇ ਉੱਤੇ ਇਹ ਅਸਰ ਪਿਆ, ਭੋਜਨ ਚੰਗੀ ਤਰ੍ਹਾਂ ਪਚਿਆ ਨਹੀਂ, ਤੇ ਚੰਗੀ ਤਰ੍ਹਾਂ ਭੋਜਨ ਪਚਿਆ ਨਹੀਂ ਤੇ ਉਹ ਖੁਰਾਕ ਨਹੀਂ ਬਣਿਆ, ਉਹ ਖੁਰਾਕ ਨਹੀਂ ਬਣਿਆ ਤੇ ਸਾਡੇ ਸਰੀਰ ਨੂੰ ਖੁਰਾਕ ਨਹੀਂ ਪਹੁੰਚੀ, ਤੇ ਸਾਡਾ ਸਰੀਰ ਵੀ ਨਿਕੰਮਾ ਬਣਦਾ ਗਿਆ, ਮਨ ਵੀ ਨਿਕੰਮਾ ਹੁੰਦਾ ਗਿਆ।
ਇਹ ਟੈਨਸ਼ਨ ਤਨ ਤੇ ਮਨ ਨੂੰ ਬੜਾ ਡੈਮੇਜ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ ਕਰ ਚਿੰਤਾ, ਚਿੰਤਾ ਹੈ ਕਰਤੇ ਜਿਨ ਉਪਾਇਆ ਜਗ। ਕਹਿੰਦੇ ਨੇ ਜਿਨੇ ਜਗ ਪੈਦਾ ਕੀਤਾ, ਜਿਨੇ ਸੰਸਾਰ ਪੈਦਾ ਕੀਤਾ ਸੋ ਕਰਤਾ ਚਿੰਤਾ ਕਰੇ। ਤੁਹਾਡੀ ਚਿੰਤਾ, ਦੁਨੀਆ ਦੀ ਚਿੰਤਾ, ਬ੍ਰਹਿਮੰਡ ਦੀ ਚਿੰਤਾ ਤੇ ਰੱਬ ਕਰਦਾ ਪਿਆ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਨੇ ਜਗਤ ਪੈਦਾ ਕੀਤਾ। ਤੋ ਸਾਧ ਸੰਗਤ ਆਓ, ਗੁਰੂ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਵਾਨਾ, ਉਹ ਦਿਆਲੂ ਆ, ਉਹ ਪੁਰਖ ਆ, ਉਹ ਮਿਹਰਬਾਨ ਆ। ਹਰ ਨਾਨਕ ਸਾਚ ਵਖਾਨਾ, ਹਰ ਹਰੀ ਨੂੰ ਨਾਨਕ ਸਾਚ ਵਖਾਨਾ। ਉਹ ਜਿਹੜਾ ਜਗਿਆਸੂ ਹੈ ਉਹ ਸੱਚ ਨੂੰ ਵਖਾਣਦਾ ਹੈ, ਵਖਿਆਨ ਕਰਦਾ ਹੈ, ਉਹ ਸੱਚ ਦਾ ਉਚਾਰਨ ਕਰਦਾ ਹੈ, ਉਹ ਨਾਮ ਜਪਦਾ ਹੈ। ਨਾਨਕ ਸੱਚ ਵਖਾਨਾ, ਇਹ ਨਾਨਕ ਨੇ ਸੱਚ ਵਖਿਆਨ ਕੀਤਾ ਹੈ ਵੀ ਜੇ ਤੁਸੀਂ ਇੰਜ ਕਰ ਲੋਗੇ ਤੁਹਾਡੇ ਆਹ ਮਸਲੇ ਇੰਜ ਹੱਲ ਹੋ ਜਾਣਗੇ। ਤੋ ਸਾਧ ਸੰਗਤ ਇਹ ਅੱਜ ਦਾ ਮੁੱਖ ਵਾਕ ਹੈ। ਗੁਰੂ ਕਿਰਪਾ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਗੁਰੂ ਪਾਤਸ਼ਾਹ ਬਖਸ਼ਣ ਯੋਗ ਬਖਸ਼ ਲੈਣਾ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਗੁਰੂ ਘਰ ਦੇ ਲਾਂਗਰੀ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਜੋ ਆਏ ਸਨ, ਹੁਣ ਉਹ ਜਾ ਰਹੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼, ਸਰਪਾਓ ਦੀ ਬਖਸ਼ਿਸ਼ ਪ੍ਰਾਪਤ ਕਰਨ। ਤੇ ਅਤੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਖਾਲਸਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਰੋਪੇ ਦੀ ਬਖਸ਼ਿਸ਼ ਭਾਈ ਸਾਹਿਬ ਜੀ ਨੂੰ ਦੇਣ। ਹਾਂਜੀ, ਸਰਦਾਰ ਪ੍ਰਤਾਪ ਸਿੰਘ ਜੀ ਖਾਲਸਾ। ਬੋਲੇ ਸੋ ਨਿਹਾਲ। ਅਸੀਂ ਅਰਦਾਸ ਕਰਦੇ ਹਾਂ ਕਿ ਮੇਰਾ ਵੀਰ ਬੇਅੰਤ ਸਿੰਘ ਜਿੱਥੇ ਵੀ ਜਾਵੇ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਵਾਹਿਗੁਰੂ ਇਹਨਾਂ ਨੂੰ, ਪਰਿਵਾਰ ਨੂੰ, ਬੱਚਿਆਂ ਨੂੰ ਹਮੇਸ਼ਾ ਸਲਾਮਤ ਰੱਖਣ। ਸੋ ਅਸੀਂ ਐਸੀ ਕਾਮਨਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ